ਹੈਲੋ एवरीवन ਵੈਲਕਮ ਟੂ ਮਿਹਨਤੀ ਬੱਚੇ ਦਿਸ ਇਜ਼ ਸਾਕਸ਼ੀ ਅਗਰਵਾਲ ਸੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਡਾਟਾ ਇੰਟਰਪ੍ਰੀਟੇਸ਼ਨ ਦੇ ਕੁਝ ਹੋਰ ਕੁਐਸਚਨਸ ਦੇਖਾਂਗੇ ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਜਿਹੜਾ ਆਪਣੇ ਕੋਲ ਕੁਐਸਚਨ ਹੈ ਪਾਈ ਚਾਰਟ ਦੇ ਉੱਪਰ ਬੇਸਡ ਹੈ ਇਹਦੇ ਵਿੱਚ ਕੀ ਹੋਇਆ ਹੈ ਕਿ ਪਾਈ ਚਾਰਟ ਦਿੱਤਾ ਹੋਇਆ ਹੈ ਜਿਹਦੇ ਵਿੱਚ ਤੁਹਾਨੂੰ ਨੰਬਰ ਆਫ ਸਟੂਡੈਂਟਸ ਜਿਹੜੇ ਕਿ ਫੇਲ ਹੋ ਗਏ ਡਿਫਰੈਂਟ ਸਬਜੈਕਟਸ ਦੇ ਵਿੱਚ ਉਹ ਸ਼ੋ ਕੀਤਾ ਹੋਇਆ ਹੈ ਸੋ ਤੁਸੀਂ ਚਾਰਟ ਨੂੰ ਐਗਜ਼ਾਮਿਨ ਕਰਨਾ ਹੈ ਤੇ ਆਨਸਰ ਦੇਣੇ ਆ ਕੁਐਸਚਨਸ ਜੋ ਵੀ ਨੇ ठीक है तो ਇਹਦੇ ਵਿੱਚ ਇਨਫੋਰਮੇਸ਼ਨ ਇੰਪੋਰਟੈਂਟ ਕੀ ਦਿੱਤੀ ਹੋਈ ਹੈ ਟੋਟਲ ਨੰਬਰ ਆਫ ਸਟੂਡੈਂਟਸ ਜਿਹੜੇ ਫੇਲ ਹੋ ਗਏ ਉਹ ਕਿੰਨੇ ਨੇ 500 ठीक है सो अपने को इत्थे टोटल स्टूडेंट्स ਜਿਹੜੇ ਫੇਲ ਹੋਏ ਨੇ ਉਹ ਦਿੱਤੇ ਹੋਏ ਨੇ ਅਲੱਗ-ਅਲੱਗ ਸਬਜੈਕਟਸ ਜਿਵੇਂ ਅਗਰ ਐਗਜ਼ਾਮਪਲ ਦੀ ਗੱਲ ਕਰੀਏ ਜਿਵੇਂ ਜਿਹੜਾ ਆ ਪੋਰਸ਼ਨ ਹੈ ਇਹ ਰਿਪਰੈਜ਼ੈਂਟ ਕਰ ਰਿਹਾ ਸਾਇੰਸ ਨੂੰ ਕਿ 32% ਜਿਹੜੇ ਸਟੂਡੈਂਟਸ ਉਹ ਫੇਲ ਹੋਏ ਨੇ ਸਾਇੰਸ ਦੇ ਵਿੱਚ ठीक है ਐਵੇਂ ਬਾਕੀ ਸਾਰੇ ਸਬਜੈਕਟਸ ਦਾ ਗਿਵਨ ਹੈ ਸੋ ਟੋਟਲ ਸਟੂਡੈਂਟਸ ਜਿਹੜੇ ਫੇਲ ਨੇ ਉਹ ਦਿੱਤੇ ਹੋਇਆ 500 ਹੁਣ ਪੁੱਛਿਆ ਕਿ ਹੋਇਆ number of student failed in science is less than number of student failed in all other subjects by ਉਹਨੇ ਕਿਹਾ ਕਿ ਜਿੰਨੇ ਸਟੂਡੈਂਟਸ ਫੇਲ ਹੋਏ ਨੇ ਸਾਇੰਸ ਦੇ ਵਿੱਚ ਠੀਕ ਹੈ ਉਹ ਕਿੰਨੇ ਘੱਟ ਨੇ ਕੀ ਤੋਂ ਜਿੰਨੇ ਸਟੂਡੈਂਟਸ ਬਾਕੀ ਦੇ ਅਦਰ ਸਬਜੈਕਟਸ ਚੋਂ ਫੇਲ ਹੋਏ ਨੇ ਓਕੇ ਸੋ ਯਾਨੀ ਕਿ ਦੇਖੋ ਅਗਰ ਆਪਾਂ ਇੱਥੇ ਦੇਖੀਏ ਤਾਂ ਅਦਰ ਸਬਜੈਕਟਸ ਚ ਕਿੰਨੇ ਨੇ 36 plus 30 plus 2 ਇਹਨਾਂ ਨੂੰ ਪਲੱਸ ਕਰ ਦਾਂਗੇ ਤੇ ਉਸ ਚੋਂ ਸਾਇੰਸ ਨੂੰ ਘਟਾ ਦਾਂਗੇ ਠੀਕ ਹੈ ਸੋ 36 30 ਤੇ 2 ਕਿੰਨੇ ਹੋ ਗਏ 8 68 ਯਾਨੀ ਕਿ 68% ਸਟੂਡੈਂਟਸ ਹੈ ਜਿਹੜੇ ਉਹ ਫੇਲ ਹੋਏ ਨੇ ਬਾਕੀ ਸਬਜੈਕਟਸ ਚੋਂ ਉਸ ਚੋਂ ਮਾਈਨਸ ਕਰਨੇ ਨੇ ਆਪਾਂ ਨੇ ਕਿੰਨੇ ਸਾਇੰਸ ਚੋਂ ਕਿੰਨੇ ਹੋਏ ਨੇ ਸੋ ਜੋ ਤੁਸੀਂ ਉਹਨੂੰ ਸਬਟ੍ਰੈਕਟ ਕੀਤਾ ਇਹ ਆਪਾਂ ਪਰਸੈਂਟੇਜ ਨੂੰ ਸਬਟ੍ਰੈਕਟ ਕਰ ਰਹੇ ਹਾਂ ਠੀਕ ਹੈ ਸੋ ਕਿੰਨਾ ਆਇਆ ਉਰੇ 36% ਓਕੇ ਹੁਣ ਆਪਣੇ ਕੋਲ ਪੁੱਛਿਆ ਹੋਇਆ ਕਿ ਨੰਬਰ ਆਫ ਸਟੂਡੈਂਟ ਦੱਸੋ ਇਹ ਤਾਂ ਆਪਣੇ ਕੋਲ ਪਰਸੈਂਟੇਜ ਆ ਗਈ ਠੀਕ ਹੈ ਟੋਟਲ ਸਟੂਡੈਂਟਸ ਜਿਹੜੇ ਫੇਲ ਹੋਏ ਨੇ ਉਹ ਹੈਗੇ ਨੇ 500 ਸੋ ਨੰਬਰ ਕੱਢ ਲਾਂਗੇ 36 ਡਿਵਾਈਡ ਬਾਈ 100 into 500 ਸੋ ਜੋ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਕਿੰਨਾ ਹੋਊਗਾ 180 ਯਾਨੀ ਕਿ 180 ਸਟੂਡੈਂਟਸ ਆਨਸਰ ਆ ਗਿਆ ਉਸ ਤੋਂ ਬਾਅਦ ਨੈਕਸਟ ਹੈ ਸੈਂਟਰਲ ਐਂਗਲ ਆਫ ਸੈਕਟਰ ਫॉर ਸਟੂਡੈਂਟਸ ਹੂ ਹੈਵ ਫੇਲਡ ਇਨ ਮੈਥਮੈਟਿਕਸ ਇਜ਼ ਕਿ ਉਹ ਸਟੂਡੈਂਟਸ ਜਿਹੜੇ ਮੈਥਮੈਟਿਕਸ ਦੇ ਵਿੱਚ ਫੇਲ ਹੋਏ ਨੇ ਉਹਦਾ ਇਹ ਐਂਗਲ ਪੁੱਛਿਆ ਹੋਇਆ ਕਿ ਕਿੰਨਾ ਹੈ ਸਪੋਜ਼ ਕਰੋ ਇਹਨੂੰ ਆਪਾਂ ਨੇ ਲੈ ਲਿਆ ਥੀਟਾ ਡਿਗਰੀ ਓਕੇ ਸੋ ਹੁਣ ਐਂਗਲ ਕੱਢਦੇ ਆ ਦੇਖਦੇ ਆ ਕਿਵੇਂ ਨਿਕਲੂਗਾ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਪਿਛਲੇ ਲੈਕਚਰ ਦੇ ਵਿੱਚ ਕਿ ਜਿਵੇਂ ਆਪਣੇ ਕੋਲ ਇੱਥੇ ਪਾਈ ਚਾਰਟ ਦਿੱਤਾ ਹੋਇਆ ਹੈ ਠੀਕ ਹੈ ਪਰਸੈਂਟੇਜ ਹੈ ਤਾਂ ਟੋਟਲ ਆਪਾਂ ਕਿੰਨੀ ਲਵਾਂਗੇ 100% ਤੇ ਇੱਕ ਜਿਹੜਾ ਸਰਕਲ ਹੁੰਦਾ ਹੈ ਅਗਰ ਆਪਾਂ ਉਹਦੀ ਡਿਗਰੀ ਦੀ ਗੱਲ ਕਰੀਏ ਤਾਂ ਟੋਟਲ ਕਿੰਨੇ ਡਿਗਰੀ ਦਾ ਹੁੰਦਾ 360 ਡਿਗਰੀ ਦਾ ਸੋ ਮੈਂ ਕਹਿ ਸਕਦੀ ਹਾਂ ਕਿ 100% ਹੈ ਜਿਹੜਾ ਉਹ ਕਿਹਦੇ ਇਕੁਅਲ ਹੁੰਦਾ 360 ਡਿਗਰੀਜ਼ ਦੇ ਠੀਕ ਹੈ ਜੀ ਸੋ ਹੁਣ ਆਪਣੇ ਕੋਲ ਇੱਥੇ ਮੈਥਮੈਟਿਕਸ ਦਾ ਕਿੰਨਾ ਦਿੱਤਾ ਹੋਇਆ 30% ਯਾਨੀ ਕਿ 100% 360 ਦੇ ਇਕੁਅਲ ਹੈ ਤਾਂ 30% ਕਿਹਦੇ ਇਕੁਅਲ ਹੋਊਗਾ 360 ਡਿਵਾਈਡ ਬਾਈ 100 into 30 ਓਕੇ ਸੋ ਤੁਸੀਂ ਇਹਨੂੰ ਇੱਥੇ ਕੱਟ ਕਰ ਦੋ ਕਿੰਨਾ ਆ ਗਿਆ 18108 ਸੋ ਆਨਸਰ ਕੀ ਹੋਊਗਾ ਡੀ ਬਹੁਤ ਈਜ਼ੀ ਹੈ ਕੁਝ ਨਹੀਂ ਹੈਗਾ ਇਹਦੇ ਵਿੱਚ ਅਗਰ ਤੁਹਾਨੂੰ ਸਾਇੰਸ ਦਾ ਪੁੱਛਿਆ ਹੋਵੇ ਕੱਢ ਲਓਗੇ ਐਂਗਲ ਠੀਕ ਹੈ ਸੋ ਸਾਇੰਸ ਦਾ ਕਿਵੇਂ ਆ ਜਾਊਗਾ 100% ਹੈ ਜਿਹੜਾ 360 ਡਿਗਰੀ ਦੇ ਇਕੁਅਲ ਹੈ ਤਾਂ 32% ਕਿਹਦੇ ਇਕੁਅਲ ਹੋਊਗਾ ਕਿਵੇਂ ਲਿਖੋਗੇ 360 ਡਿਵਾਈਡ ਬਾਈ 100 into 32 ਓਕੇ ਸੋ ਐਵੇਂ ਕਰਕੇ ਆਨਸਰ ਆ ਜਾਊਗਾ ਉਸ ਤੋਂ ਬਾਅਦ नेक्स्ट क्वेश्चन है टोटल नंबर ऑफ स्टूडेंट्स हु डिड नॉट क्वालिफाई इन मैथमेटिक्स एंड लैंग्वेज एंड साइंस इज ਉਹ ਸਟੂਡੈਂਟਸ ਜਿਹੜੇ ਕਿ ਮੈਥਮੈਟਿਕਸ ਲੈਂਗੁਏਜ ਤੇ ਸਾਇੰਸ ਦੇ ਵਿੱਚ ਕੁਆਲੀਫਾਈ ਨਹੀਂ ਕਰ ਪਾਏ ਮਤਲਬ ਉਸ 'ਚ ਫੇਲ ਹੋ ਗਏ ਸੋ ਕਿੰਨੇ ਆ ਸਭ ਤੋਂ ਪਹਿਲਾਂ ਆਪਾਂ ਪਰਸੈਂਟੇਜ ਦੇਖਦੇ ਹਾਂ ਕਿੰਨੀ ਕਿੰਨੀ ਦਿੱਤੇ ਹੋਏ ਜਿਵੇਂ ਮੈਥਮੈਟਿਕਸ 'ਚ ਕਿੰਨੇ ਆ 30 ਲੈਂਗੁਏਜ 'ਚ ਕਿੰਨੇ ਆ 36 ਤੇ ਸਾਇੰਸ 'ਚ ਕਿੰਨੇ ਆ 32 ਹੁਣ ਇਹਨੂੰ ਕਰ ਦੋ ਐਡ ਕਿੰਨਾ ਹੋ ਗਿਆ 8 6 plus 3 98% आ गए ओके सो ये आ गया अपने को परसेंटेज हुन नंबर ऑफ स्टूडेंट्स किवें कढांगे देखो 98 डिवाइड बाय 100 into 500 ओके सो तुसी हुन इहनू कर दो तो अपने को आंसर कितना आ जाऊगा 490 आंसर आ गया नंबर पूछा ना उस तो बाद नैक्सट है नंबर ऑफ स्टूडेंट ਜਿਹੜੇ ਫੇਲ ਹੋ ਗਏ ਮੈਥਮੈਟਿਕਸ ਦੇ ਵਿੱਚ ਉਹ ਕਿੰਨੇ ਘੱਟ ਨੇ ਜਿਹੜੇ ਕਿ ਲੈਂਗੁਏਜ ਨੂੰ ਕੁਆਲੀਫਾਈ ਨਹੀਂ ਕਰ ਪਾਏ ਦੇਖੋ ਕੁਐਸਚਨ ਉਹੀ ਪੁੱਛਿਆ ਹੋਇਆ ਕਿ ਡਿਫਰੈਂਸ ਕੱਢਣਾ ਹੈ ਬਟ ਥੋੜਾ ਜਿਹਾ ਘੁਮਾ ਕੇ ਦੇਤਾ
ਨੰਬਰ ਆਫ ਸਟੂਡੈਂਟਸ ਜਿਹੜੇ ਫੇਲ ਹੋ ਗਏ ਮੈਥਮੈਟਿਕਸ ਉਹ ਕਿੰਨੇ ਘੱਟ ਹੈ ਜਿਹੜੇ ਲੈਂਗੁਏਜ ਨੂੰ ਕੁਆਲੀਫਾਈ ਨਹੀਂ ਕਰ ਪਾਏ। ਸੋ ਤੁਸੀਂ ਸਭ ਤੋਂ ਪਹਿਲਾਂ ਡਿਫਰੈਂਸ ਕੱਢ ਲਓ, ਕਿੰਨਾ ਆ ਜਾਊਗਾ 36 ਮਾਈਨਸ 30 ਇਜ਼ ਇਕੁਅਲ ਟੂ 6%। ਹੁਣ ਨੰਬਰ ਕਿਵੇਂ ਕੱਢਾਂਗੇ 6 ਡਿਵਾਈਡ ਬਾਈ 100 ਇੰਟੂ ਆਪਣੇ ਕੋਲ ਟੋਟਲ ਹੈ 500। ਸੋ ਕਿੰਨਾ ਆ ਗਿਆ ਨੰਬਰ 30 ਸਟੂਡੈਂਟਸ। ਸੋ ਆਨਸਰ ਆਇਆ ਸੀ। ਉਹ ਤੋਂ ਬਾਅਦ ਨੈਕਸਟ ਹੈ ਪਰਸੈਂਟੇਜ ਆਫ ਸਟੂਡੈਂਟ ਹੂ ਹੈਵ ਫੇਲਡ ਇਨ ਮੈਥਮੈਟਿਕਸ ਐਂਡ ਲੈਂਗੁਏਜ ਇਜ਼। ਉਹ ਪਰਸੈਂਟੇਜ ਆਫ ਸਟੂਡੈਂਟ ਜਿਹੜੇ ਮੈਥਮੈਟਿਕਸ ਤੇ ਲੈਂਗੁਏਜ 'ਚ ਫੇਲ ਹੋਏ। ਹੁਣ ਇਸ 'ਚ ਪਰਸੈਂਟੇਜ ਪੁੱਛੀ ਹੋਈ ਹੈ ਮਤਲਬ ਡਾਇਰੈਕਟ ਆਨਸਰ ਆ ਜਾਊਗਾ। ਹੁਣ ਮੈਥਮੈਟਿਕਸ 'ਚ ਦੇਖ ਲਓ 30 ਹੈ ਤੇ ਲੈਂਗੁਏਜ 'ਚ ਨੇ 36। ਸੋ ਟੋਟਲ ਕਿੰਨੇ ਆ ਜਾਣਗੇ 30% ਪਲੱਸ 36% ਦੈਟ ਇਜ਼ 66% ਆਨਸਰ ਆ ਗਿਆ। ਨੈਕਸਟ ਕੁਐਸਚਨ ਹੈ, ਹੁਣ ਇਹ ਵੀ ਪਾਈ ਚਾਰਟ ਨਾਲ ਰਿਲੇਟਡ ਹੈ, ਬਸ ਇਹਦੇ ਵਿੱਚ ਆਪਣੇ ਕੋਲ 2 ਪਾਈ ਚਾਰਟਸ ਦਿੱਤੇ ਹੋਏ ਨੇ। ਠੀਕ ਹੈ, ਜਿਹੜਾ ਸਭ ਤੋਂ ਪਹਿਲਾ ਪਾਈ ਚਾਰਟ ਹੈ ਇਹਦੇ ਵਿੱਚ ਸੇਲ ਦਿਖਾਈ ਹੋਈ ਹੈ ਇੰਗਲਿਸ਼ ਤੇ ਹਿੰਦੀ ਨਿਊਜ਼ਪੇਪਰ ਦੀ 5 ਲੋਕੈਲਿਟੀਜ਼ ਦੇ ਵਿੱਚ। ਪਹਿਲੇ ਪਾਈ ਚਾਰਟ 'ਚ ਹਿੰਦੀ ਨਿਊਜ਼ਪੇਪਰ ਦੀ ਦਿਖਾਈ ਹੋਈ ਹੈ ਕਿ 5 ਲੋਕੈਲਿਟੀਜ਼ 'ਚ ਹਿੰਦੀ ਨਿਊਜ਼ਪੇਪਰ ਕਿੰਨਾ ਵਿਕਦਾ, ਤੇ ਸੈਕਿੰਡ ਪਾਈ ਚਾਰਟ ਦੇ ਵਿੱਚ ਇੰਗਲਿਸ਼ ਦੀ ਦਿਖਾਈ ਹੋਈ ਹੈ। ਸੋ ਪੁੱਛਿਆ ਹੈ ਡਿਫਰੈਂਸ ਬਿਟਵੀਨ ਟੋਟਲ ਸੇਲ ਆਫ ਇੰਗਲਿਸ਼ ਨਿਊਜ਼ਪੇਪਰ ਐਂਡ ਟੋਟਲ ਸੇਲ ਆਫ ਹਿੰਦੀ ਨਿਊਜ਼ਪੇਪਰ ਇਨ ਆਲ ਦ ਲੋਕੈਲਿਟੀਜ਼ ਟੂਗੈਦਰ। ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਨੇ, ਟੋਟਲ ਜਿਹੜਾ ਹਿੰਦੀ ਨਿਊਜ਼ਪੇਪਰ ਦਾ ਆ, ਠੀਕ ਹੈ, ਉਹਦਾ ਤੇ ਜਿਹੜਾ ਇੰਗਲਿਸ਼ ਨਿਊਜ਼ਪੇਪਰ ਵਿਕਦੇ ਆ ਅਲੱਗ-ਅਲੱਗ ਲੋਕੈਲਿਟੀਜ਼ ਦੇ ਵਿੱਚ ਉਹਦਾ ਆਪਾਂ ਨੇ ਡਿਫਰੈਂਸ ਲੈਣਾ। ਸੋ ਕਿਵੇਂ ਲਵਾਂਗੇ, ਸਭ ਤੋਂ ਪਹਿਲਾਂ ਆਪਾਂ ਕਾਊਂਟ ਕਰਦੇ ਹਾਂ ਹਿੰਦੀ ਦੇ। ਠੀਕ ਹੈ, ਸੋ ਟੋਟਲ ਹਿੰਦੀ ਦੇ ਨਿਊਜ਼ਪੇਪਰ ਕਿੰਨੇ ਵਿਕਦੇ ਅਲੱਗ-ਅਲੱਗ ਲੋਕੈਲਿਟੀਜ਼ 'ਚ 3500 ਪਲੱਸ 2400 ਪਲੱਸ 3600 ਪਲੱਸ 2500 ਪਲੱਸ 4000। ਜੋ ਤੁਸੀਂ ਇਹਨੂੰ ਟੋਟਲ ਕਰੋਗੇ ਤਾਂ ਤੁਹਾਡੇ ਕੋਲ ਆ ਜਾਊਗਾ 16000। ਠੀਕ ਹੈ, ਤੇ ਟੋਟਲ ਇੰਗਲਿਸ਼ ਦੇ ਕਿੰਨੇ ਨੇ, ਹੁਣ ਉਹ ਕਿਵੇਂ ਕੱਢਾਂਗੇ, ਏਜ 2500, ਠੀਕ ਹੈ, ਦੈਨ ਬੀ 'ਚ 2000, ਸੀ 'ਚ 1800, ਡੀ 'ਚ 3000, ਦੈਨ 200। ਜੋ ਤੁਸੀਂ ਇਹਦਾ ਪਲੱਸ ਕੀਤਾ ਆ ਗਿਆ 9500। ਸੋ ਹੁਣ ਆਪਾਂ ਨੇ ਡਿਫਰੈਂਸ ਕੱਢਣਾ। ਡਿਫਰੈਂਸ ਕਿਵੇਂ ਕੱਢਾਂਗੇ, 16000 ਚੋਂ ਮਾਈਨਸ ਕਰ ਦਾਂਗੇ 9500। ਸੋ ਕਿੰਨਾ ਬਚ ਗਿਆ ਆਪਣੇ ਕੋਲ 6500 ਆਨਸਰ ਆ ਗਿਆ। ਸੋ ਆਨਸਰ ਕੀ ਆਇਆ ਸੀ। ਓਕੇ, ਨੈਕਸਟ ਕੁਐਸਚਨ ਹੈ ਸੈਂਟਰਲ ਐਂਗਲ ਕੋਰਸਪੋਂਡਿੰਗ ਟੂ ਸੇਲ ਆਫ ਹਿੰਦੀ ਨਿਊਜ਼ਪੇਪਰ ਇਨ ਲੋਕੈਲਿਟੀ ਈ। ਈ ਲੋਕੈਲਿਟੀ ਦੇ ਵਿੱਚ ਕਿੰਨੇ ਨਿਊਜ਼ਪੇਪਰ ਵਿਕਦੇ ਨੇ ਹਿੰਦੀ ਦੇ, ਉਹਦਾ ਸੈਂਟਰਲ ਐਂਗਲ ਫਾਈਂਡ ਕਰਨਾ। ਹੁਣ ਦੇਖੋ ਕਿਵੇਂ ਕਰਾਂਗੇ, ਇਹਦੇ ਵਿੱਚ ਹੁਣ ਆਪਣੇ ਕੋਲ ਪਰਸੈਂਟੇਜ ਤਾਂ ਦੇਖੋ ਗਿਵਨ ਹੈ ਨਹੀਂਗੀ। ਠੀਕ ਹੈ, ਹੁਣ ਇਸ 'ਚ ਕਿਵੇਂ ਕੱਢੋਗੇ ਸੈਂਟਰਲ ਐਂਗਲ। ਹੁਣ ਇੱਕ ਟੋਟਲ ਆਪਾਂ ਨੇ ਇੱਥੇ ਕੀਤਾ ਹੈ ਨਾ, ਇਹਨੂੰ ਯਾਦ ਰੱਖ ਲਓ। ਹਿੰਦੀ ਦੇ ਵਿੱਚ ਜਿਹੜਾ ਆਪਾਂ ਨੇ ਟੋਟਲ ਕੀਤਾ ਹੈ ਕਿੰਨਾ 16000 ਤੇ ਇੰਗਲਿਸ਼ 'ਚ ਹੈਗਾ 9500। ਹੁਣ ਦੇਖੋ ਇਹਦਾ ਆਪਣੇ ਕੋਲ ਟੋਟਲ ਜਿਹੜਾ ਹੈ ਹਿੰਦੀ ਦਾ ਉਹ ਕਿੰਨਾ 16000, ਯਾਨੀ ਕਿ ਇੱਥੇ ਮੈਂ ਕਹਿ ਸਕਦੀ ਹਾਂ ਕਿ ਇਹ ਕੇਸ ਦੇ ਵਿੱਚ ਜਿਹੜਾ 16000 ਹੈ ਉਹ ਕਿਹਦੇ ਇਕੁਅਲ ਹੈ 360 ਡਿਗਰੀਜ਼ ਦੇ। ਸੋ ਈ ਦੇ ਵਿੱਚ ਹਿੰਦੀ ਨਿਊਜ਼ਪੇਪਰ ਕਿੰਨੇ ਵਿਕ ਰਹੇ 4000। ਸੋ 4000 ਦਾ ਮੈਂ ਕੱਢਣਾ, ਉਹ ਕਿਹਦੇ ਇਕੁਅਲ ਆਊਗਾ 360 ਡਿਗਰੀ ਡਿਵਾਈਡ ਬਾਈ 16000 ਇੰਟੂ 4000। ਓਕੇ ਜੀ, ਸੋ ਤੁਸੀਂ ਜਦੋਂ ਇਹਨੂੰ ਕੱਟ ਕਰੋਗੇ ਇੱਥੇ ਕਿੰਨਾ ਆ ਗਿਆ 4 1 ਦਾ 4 4 ਦਾ 4 9 ਦਾ। ਸੋ ਇੱਥੇ ਆਨਸਰ ਕਿੰਨਾ ਆਇਆ 90 ਡਿਗਰੀ, ਸੈਕਿੰਡ ਆਨਸਰ ਆਇਆ। ਉਹ ਤੋਂ ਬਾਅਦ ਨੈਕਸਟ ਦੇਖੋ ਅਪਰੋਕਸੀਮੇਟ ਸਮ ਆਫ ਰੇਸ਼ੋ ਆਫ ਸੇਲ ਆਫ ਇੰਗਲਿਸ਼ ਐਂਡ ਹਿੰਦੀ ਨਿਊਜ਼ਪੇਪਰ ਇਨ ਆਲ ਦਾ ਲੋਕੈਲਿਟੀ। ਹੁਣ ਪਹਿਲਾਂ ਅਗਰ ਤੁਸੀਂ ਪਹਿਲਾ ਕੁਐਸਚਨ ਇਸ 'ਚ ਠੀਕ ਕੱਢਤਾ ਨਾ, ਉਹਦਾ ਟੋਟਲ ਠੀਕ ਕੱਢਤਾ ਤਾਂ ਤੁਹਾਡੇ ਸਾਰੇ ਕੁਐਸਚਨਸ ਹੈ ਜਿਹੜੇ ਉਹਦਾ ਆਨਸਰ ਆਰਾਮ ਨਾਲ ਨਿਕਲ ਜੂ। ਹੁਣ ਆਪਾਂ ਨੇ ਪਹਿਲੇ 'ਚ ਹੀ ਕੀਤਾ ਸੀਗਾ ਕਿ ਟੋਟਲ ਹਿੰਦੀ ਦੇ ਕਿੰਨੇ ਹੈ 16000 ਤੇ ਟੋਟਲ ਇੰਗਲਿਸ਼ ਦੇ ਕਿੰਨੇ ਹੈ 9500 ਸੀ ਆਈ ਥਿੰਕ। ਹਾਂ, ਹੁਣ ਆਪਾਂ ਨੇ ਕੀ ਕਰਨਾ ਸਮ ਆਫ ਰੇਸ਼ੋ ਆਫ ਸੇਲ ਆਫ ਇੰਗਲਿਸ਼ ਐਂਡ ਹਿੰਦੀ, ਯਾਨੀ ਕਿ ਪਹਿਲਾਂ ਇਹਦੀ ਜਿਹੜਾ ਰੇਸ਼ੋ ਆਊਗੀ ਉਹਦਾ ਸਮ ਲੈਣਾ। ਸੋ ਕਿੰਨਾ 16000 9500। ਸੋ ਇਹਨੂੰ ਕੈਂਸਲ ਕਰ ਦੋ। ਠੀਕ ਹੈ, ਤੁਸੀਂ ਇਹਨੂੰ ਕੈਂਸਲ ਕੀਤਾ 5 9 ਦਾ ਦੈਨ 3 ਦਾ 15, ਠੀਕ ਹੈ, ਤੇ 2 ਦਾ 10। ਸੋ ਰੇਸ਼ੋ ਕਿੰਨੀ ਆ ਗਈ 32:19। ਹੁਣ ਇਹਦਾ ਸਮ ਲੈਣਾ ਹੈ, ਇਹਦਾ ਸਮ ਕੱਢ ਦੋ ਕਿੰਨਾ ਆ
32 plus 19 51. So next question है ratio of average number of sale of English newspaper in locality B and D together to average sale of Hindi newspaper in all the localities. देखो रेशो लेनी ਆਪਾਂ ਨੇ ਕਿਹਦੀ ਐਵਰੇਜ ਨੰਬਰ ਆਫ ਸੇਲ ਆਫ ਇੰਗਲਿਸ਼ ਨਿਊਜ਼ਪੇਪਰ ਐਵਰੇਜ ਇੰਗਲਿਸ਼ ਨਿਊਜ਼ਪੇਪਰ ਦੀ ਲੋਕੈਲਿਟੀ B ਤੇ D ਦੇ ਵਿੱਚ ਟੂ ਐਵਰੇਜ ਸੇਲ ਆਫ ਹਿੰਦੀ ਨਿਊਜ਼ਪੇਪਰ ਸਾਰੀ ਲੋਕੈਲਿਟੀ ਮਤਲਬ A B C D ਤੇ E। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਐਵਰੇਜ ਲਿਖਦੇ ਹਾਂ E ਦੀ B ਤੇ D ਦੇ ਵਿੱਚ। ਸੋ ਕਿੰਨੀ ਆਊਗੀ E ਨਿਊਜ਼ਪੇਪਰ ਹੈ ਦੈਟ ਇਜ਼ ਇੰਗਲਿਸ਼ ਨਿਊਜ਼ਪੇਪਰ ਹੈ B ਤੇ D ਦੇ ਵਿੱਚ। ਸੋ ਕਿੰਨਾ ਆਇਆ 2000 प्लस 3000 एवरेज करनी है तो डिवाइड बाय 2 तो कितना आ गया 5000 डिवाइड बाय 2। उस तो बाद हम एवरेज कड्डो हिंदी दी सारी लोकैलिटीज़ दे विच आपां नूं पता है टोटल कितना हिंदी दा 16000 आपां ने पहले क्वेश्चन च कड्ढिया सी ते लोकैलिटी दा नंबर कितना 1 2 3 4 5 सो इहनूं डिवाइड कर दांगे आपां 5 नाल। ओके सो सॉरी हुण इहदे विच वैल्यू भर दो ਜਿਹੜਾ ਆਪਣੇ ਕੋਲ ਇਕੁਏਸ਼ਨ 1 ਹੈ। ਸੋ ਕਿਵੇਂ ਆ ਜਾਊਗਾ ਇੱਥੇ ਮੈਂ ਦੂਸਰੇ ਪੈਨ ਨਾਲ ਲਿਖ ਦਿੰਦੀ ਹਾਂ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ। ਸੋ ਜਿਹੜੀ ਰੇਸ਼ੋ ਹੈ ਉਹ ਕਿਹਦੇ ਇਕੁਅਲ ਆਊਗੀ 5000 ਡਿਵਾਈਡ ਬਾਈ 2 16000 ਡਿਵਾਈਡ ਬਾਈ 5। ਸੋ 3 zeros ਕੈਂਸਲ ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ 5 ਡਿਵਾਈਡ ਬਾਈ 2 into 16 ਤੇ 5 ਆ ਉੱਪਰ ਚਲਾ ਜਾਊਗਾ। ਸੋ ਕਿੰਨਾ ਆ ਗਿਆ 25 डिवाइड बाय 32 सो आंसर आया ए। ओके सो नेक्स्ट क्वेश्चन है ਇਹਦੇ ਵਿੱਚ ਆਪਣੇ ਕੋਲ ਬਾਰ ਗ੍ਰਾਫ ਦਿੱਤਾ ਹੋਇਆ ਹੈ ਪਾਪੂਲੇਸ਼ਨ ਦਿਖਾਈ ਹੋਈ ਇੰਡੀਆ ਦੀ ਕਰੋੜ ਦੇ ਵਿੱਚ ਅਲੱਗ-ਅਲੱਗ ਸੈਂਸਸ ਈਅਰ ਦੇ ਵਿੱਚ ਕੀ ਕਿੰਨੀ ਪਾਪੂਲੇਸ਼ਨ ਹੈ। ਓਕੇ ਸੋ ਆਬਜ਼ਰਵ ਕਰੋ ਗ੍ਰਾਫ ਨੂੰ ਤੇ ਕੁਐਸਚਨਸ ਦਾ ਆਨਸਰ ਦਿਓ। ਪਹਿਲਾ ਕੀ ਹੈ ਪਰਸੈਂਟ ਇਨਕਰੀਜ਼ ਇਨ ਪਾਪੂਲੇਸ਼ਨ ਫਰਮ 1971 ਟੂ 1981 1971 ਤੋਂ ਲੈ ਕੇ यानी कि उरो तो लैके उरे तक परसेंटेज इनक्रीज कितना आया। सो सब तो पहला आप इनक्रीज कटांगे कि कितना आया ठीक है। सो 68.40 चो माइनस करो 54.80 नो। ओके सो कितना आ गया अपने को 13.6 करोड़ क्योंकि करोड़ च गिवन है वैल्यू। सो ये आ गया इनक्रीज ओवरऑल ठीक है। हुण अपने कोल पुछो ही है परसेंटेज। सो परसेंटेज किवें कड्डोगे जिन्ना डिफरेंस आया डिवाइड बाय इत्थे बेस वैल्यू कितनी है 54.80 इंटू कर दो 100। सो जो तुसीं इहनूं सॉल्व करोगे तुहाडे कोल आ जाऊगा 24.8% यानी कि ए आंसर आया। उस तो बाद नैक्सट क्वेश्चन है इन विच सेंसस ईयर परसेंट इंक्रीज इन पॉपुलेशन इज हाईएस्ट एज कंपेयर टू दैट इन प्रीवियस सेंसस ईयर। इन्हां विचों किहड़ा सेंसस ईयर है जिहदे विच परसेंट इंक्रीज है जिहड़ी पॉपुलेशन दे विच ओह हाईएस्ट है अगर आपां पिछले साल दे कंपैरिजन दे विच देखिए। ओके सो इहदे विच आपां नूं एक एक ईयर करके देखना पएगा जिवें 1951 ते अगर आपां 41 दा देखिए तां अपने कोल ये डिफरेंस आ रहा है दैन 61। सो तुसीं ना इत्थे थोड़ा एवें देख लियो तकरीबन अगर इस च देखिए आपां 5 दी टर्म दे विच अपने कोल डिफरेंस आऊगा ठीक है। अगर आपां 61 ते 51 दे विच देखिए 43 दे विचों 36 माइनस कर दो हले पॉइंट्स नूं छड्ड रहे आपां। सो कितना आ गया तकरीबन 7 ठीक है 6 पॉइंट समथिंग आऊगा 7 हो गया। उस तो बाद 1971 ते उस तो प्रीवियस चले जाओ। सो इहदे विच अगर आपां देखिए तां कितना आ गया 11 पॉइंट कुछ ते 1981 ते उस तो पिछे दैट इज आ वाला। सो इहदे विच अपने कोल डिफरेंस उरे कितना आया सी। सो इहदे विच अगर आपां देखिए तां 13 पॉइंट कुछ यानी कि तकरीबन 14 कुछ आऊगा मतलब 13 पॉइंट समथिंग आऊगा 14 दे इक्वल हो सकता है। सो मतलब ये आपां ने रफली जे देख लिया ठीक है। हुण सब तो बाद डिफरेंस आपां नूं किस च नज़र आ रहा है इहदे विच नज़र आ रहा है ना। सो यानी कि अपना आंसर की होगा डी ठीक है। ये तुहानूं रफली मैं दस्सिया जिवें इत्थे 4 पॉइंट कुछ आ गया इत्थे 6 पॉइंट समथिंग इत्थे 10 पॉइंट कुछ इत्थे 13 पॉइंट कुछ तां मैक्सिमम डिफरेंस इन्हां विच ही आऊगा। ओके सो हुण आपां इहदे विच डिफरेंस कढ भी लैंदे आ कि किन्ना आउंदा है। सो किवें कढांगे डिफरेंस 68.40 चों 54.80
80। सो नेक्स्ट क्वेश्चन इस च पूछा होया पर ईयर इंक्रीज इन पॉपुलेशन फ्रॉम ईयर 1931 टू 1981। सो आपने 31 तो लैके 81 तक जाना है ਤੇ ਦੱਸਣਾ ਕਿ ਪਰ ਈਅਰ ਇਨਕਰੀਜ਼ ਕਿੰਨਾ ਹੈ ਪੋਪੂਲੇਸ਼ਨ ਦੇ ਵਿੱਚ। ਠੀਕ ਹੈ, ਸੋ ਹੁਣ ਇਹਨੂੰ ਕਿਵੇਂ ਕਰਾਂਗੇ ਦੇਖੋ, ਅਗਰ ਆਪਾਂ ਦੇਖੀਏ ਟੋਟਲ ਇਨਕਰੀਜ਼ 31 ਟੂ 81 ਕਿੰਨਾ ਆਇਆ, 81 ਚ ਕਿੰਨਾ ਹੈ 68.40, ਉਸ ਚੋਂ ਮਾਈਨਸ ਕਰਾਂਗੇ 27.90 ਨੂੰ, ਸੋ ਕਿੰਨਾ ਆ ਗਿਆ 40.5 ਕਰੋੜ। ਓਕੇ, ਸੋ ਹੁਣ ਦੇਖੋ ਇਹਦੇ ਵਿੱਚ ਆਪਣੇ ਕੋਲ ਪੁੱਛਿਆ ਕਿ ਹੋਇਆ ਪਰ ਈਅਰ ਇਨਕਰੀਜ਼ ਕਿੰਨਾ ਆ। ਅਗਰ ਤੁਸੀਂ 1931 ਤੋਂ ਲੈ ਕੇ 1981 ਤੱਕ ਦੇਖੋਗੇ ਤਾਂ ਆਪਣੇ ਕੋਲ ਕਿੰਨੇ ਸਾਲ ਆ ਗਏ, 8 ਚੋਂ 3 ਮਾਈਨਸ ਕਿਤੇ 5, दैट इज 50 ईयर्स आ गए। ठीक है, सो टोटल इनक्रीज कितना आ गया इन्ना, तो पर ईयर का इनक्रीज कढ़ांगे तो कितना होगा, जो 40.5 करोड़ है इनू डिवाइड कर लो 50 के नाल तो पर ईयर का निकल जूगा। ठीक है, तो उन्होंने की पूछा होया करोड़ च पूछा होया, करोड़ च सो करोड़ नू खोल लो तो अपने को कितनी जीरो आ जाएंगे 1 2 3 4 5 6 7। ओके, सो हुण इहनू तुसी कैंसल आउट कर दो तो तुहाडे कोल आंसर कितना होगा 81000000। सो आंसर आऊगा ए। ओके, उस तो बाद नैक्सट क्वेश्चन है, ਇਹਦੇ ਵਿੱਚ ਤੁਹਾਡੇ ਕੋਲ ਬਾਰ ਗ੍ਰਾਫਸ ਦਿੱਤੇ ਹੋਏ ਨੇ। ਠੀਕ ਹੈ, ਡਿਮਾਂਡ ਤੇ ਪ੍ਰੋਡਕਸ਼ਨ ਦਿਖਾ ਰਹੇ ਨੇ ਕਲਰ ਟੈਲੀਵਿਜ਼ਨ ਦੇ 5 ਕੰਪਨੀਆਂ ਦੇ ਦੀਵਾਲੀ ਸੀਜ਼ਨ ਦੇ ਲਈ 2009 ਦੇ ਵਿੱਚ। ਸੋ ਸਟੱਡੀ ਕਰੋ ਤੇ ਉਹਦੇ ਕੁਐਸਚਨਸ ਦਾ ਆਨਸਰ ਦਿਓ। डिमांड ते प्रोडक्शन दिखाई हुई है कलर टैलीविजन दी 5 कंपनीज दे। सो डिमांड वाला बॉक्स आया लाइन वाला ते प्रोडक्शन वाला डार्क ब्लैक कलर दा। नंबर ऑफ टैलीविजन ते कंपनीज। ठीक है, सो रेशो ऑफ डिमांड एंड प्रोडक्शन ऑफ कलर टैलीविजन ऑफ कंपनी ई। सो कंपनी ई दी रेशो कढनी है डिमांड ते प्रोडक्शन दी। सो अगर आप ई दी गल करिए डिमांड ते प्रोडक्शन ये रेशो कढनी है। ठीक है, डिमांड कितनी है अपने को 3300 ਤੇ ਪ੍ਰੋਡਕਸ਼ਨ ਕਿੰਨੀ ਹੈ 2200। ਠੀਕ ਹੈ, ਸੋ ਇਹਨੂੰ 11 ਤੇ ਕੱਟ ਕਰ ਦੋ ਕਿੰਨਾ ਆਇਆ 3 ਤੇ 2। ਸੋ ਰੇਸ਼ੋ ਕਿੰਨੀ ਆਈ 3:2 ਆਨਸਰ ਆਇਆ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ डिमांड ऑफ कलर टेलीविजन ऑफ कंपनी बी इज अप्रोक्सीमेटली वट परसेंट ऑफ दैट ऑफ कंपनी सी। ਜਿਹੜੀ डिमांड है कंपनी बी ਦੇ ਟੈਲੀਵਿਜ਼ਨ ਪ੍ਰੋਡਕਸ਼ਨ ਦੀ ਉਹ ਕਿੰਨੇ % ਹੈ सी कंपनी ਦੇ। ठीक है, सो लेट ला लो X% है। सो डिमांड ऑफ कलर टैलीविजन ऑफ कंपनी बी की जी डिमांड है, ठीक है, ओह X% है कि कंपनी सी की डिमांड दे। सो कंपनी सी की डिमांड की है 2500। सो इत्थे आपां लिख लेंगे 2500। ठीक है, आपने कहता कि X% है सपोज कि मतलब 2500 का अगर X% करांगे तो 600 आ गया। सो इत्थे नूं कट कर दो, इत्थे कितना आ गया 4। सो X की वैल्यू कितनी आ गई 24%। सो आंसर आया 3। अगर तुम ये मैथड नाल करोगे ना गलती नहीं लगती। नैक्सट है प्रोडक्शन ऑफ कलर टैलीविजन ऑफ कंपनी डी इज हाउ मैनी टाइम्स ऑफ कंपनी ए। जी प्रोडक्शन है कलर टैलीविजन की कंपनी डी दी वो सपोज करो X टाइम्स है कि प्रोडक्शन ऑफ कंपनी ए। ठीक है, सो प्रोडक्शन डी दी देखो कितनी है, डी दी प्रोडक्शन की वैल्यू कितनी है 2700। तो उन्होंने लिख लिया कि X% है यानी कि X डिवाइड बाय 100 इंटू प्रोडक्शन ऑफ ए दी प्रोडक्शन कितनी है 1500। सो 3 9 जा 3 5 जा, सो इत्थे कट करो 20 आ गया। सो कितना आ गया 9 इंटू 2 इज इक्वल टू X%। ठीक है, सो कितना आ गया 180 X% आ गया। सो इत्थे पॉइंट्स किमें आया अपने 100 नाल डिवाइड कर देना है। सो X की वैल्यू कितनी आ जाएगी 1.8। ठीक है, सो आंसर आया बी। ओके, इत्थे मैं बेसिकली 100 नाल डिवाइड करता सी, करने की जरूरत नहीं सी, सीधा भी आपां कट सकते सी। उस तो बाद नैक्सट है रेशो ऑफ कंपनीज हैविंग मोर डिमांड दैन प्रोडक्शन ऑफ कलर टैलीविजन टू दोज हैविंग मोर प्रोडक्शन दैन डिमांड। अच्छा, अपने रेशो कढनी है वो कंपनीज की पहला जिन्हां दी डिमांड ज़्यादा है प्रोडक्शन दे नालों। सो पहला देखो ऐसी केड़ी कंपनीज है जिन्हां दा डिमांड का ग्राफ ज़्यादा बड़ा है प्रोडक्शन नालों। सब तो पहला तो ए होगी, उस तो बाद बी ऑपोजिट है। ठीक है, प्रोडक्शन ज़्यादा है। सी की गल करिए तो यदि
डिमांड ज़्यादा है, ठीक है जी। ई की गल करिए तो यदी डिमांड ज़्यादा है, डी की गल करिए यदी प्रोडक्शन ज़्यादा है एज़ कंपेयर टू डिमांड। सो इन्हों की रेशो कढ़नी आपाने। सो उपर कितनी कंपनीज है 3, नीचे किनिया ने 2, सो रेशो कितनी आई 3:2। सीधा ज आंसर है। ਇਹ ਧਿਆਨ ਰੱਖਣਾ ਹੁੰਦਾ ਰੇਸ਼ੋ 'ਚ ਕਿ ਉਹਨੇ ਉੱਪਰ ਕੀ ਲਿਖਣ ਨੂੰ ਕਿਹਾ ਤੇ ਨੀਚੇ ਕੀ ਲਿਖਣ ਨੂੰ ਕਿਹਾ। ਅਗਰ ਤੁਸੀਂ ਇਹਨੂੰ ਆਪੋਜ਼ਿਟ ਲਿਖਿਆ ਹੋਗੇ ਤਾਂ ਆਨਸਰ 2:3 ਆ ਜਾਊਗਾ ਤੇ ਤੁਸੀਂ ਉੱਥੇ ਆਪਸ਼ਨ ਏ ਨੂੰ ਟਿਕ ਕਰ ਆਓਗੇ ਜੋ ਕਿ ਗਲਤ ਹੋਊਗਾ। ਓਕੇ, ਸੋ ਧਿਆਨ ਰੱਖਣਾ। ਉਹ ਤੋਂ ਬਾਅਦ ਨੈਕਸਟ ਕੁਐਸਚਨ ਆਪਣੇ ਕੋਲ ਇਹਦੇ ਵਿੱਚ ਡਾਇਗਰਾਮ ਹੈ ਜਿਹਦੇ ਵਿੱਚ ਏਜ ਡਿਸਟ੍ਰੀਬਿਊਸ਼ਨ ਦਿਖਾਇਆ ਹੈ ਪੇਸ਼ੈਂਟਸ ਆ ਜਿਹੜੇ ਐਡਮਿਟ ਹੋਏ ਹਸਪੀਟਲ 'ਚ ਇੱਕ ਪਰਟੀਕੂਲਰ ਡੇ 'ਚ। ਸੋ ਡਾਇਗਰਾਮ ਨੂੰ ਸਟੱਡੀ ਕਰਦੇ ਹੋਏ ਆਨਸਰ ਦੇਣਾ। ਓਕੇ, number of patient of age between 55 to 60 years who got admit to hospital on that day। 55 years ਤੋਂ ਲੈ ਕੇ 60 years ਦੇ ਵਿੱਚ, ਠੀਕ ਹੈ, ਕਿੰਨੇ ਪੇਸ਼ੈਂਟਸ ਹੈ ਜਿਹੜੇ ਐਡ ਹੋਏ ਹਸਪੀਟਲ ਦੇ ਵਿੱਚ ਇਹ ਦੱਸਣਾ ਹੈ। ਸੋ ਅਗਰ ਤੁਸੀਂ ਇਹ ਇੱਥੇ ਲਾਈਨ ਨੂੰ ਦੇਖੋਗੇ ਤਾਂ 55 ਤੋਂ ਲੈ ਕੇ 60 ਦੇ ਵਿੱਚ ਯਾਨੀ ਕਿ ਇਹ ਵਾਲੀ ਲਾਈਨ ਦੇ ਉੱਪਰ ਆਪਣੇ ਕੋਲ ਕਿਹੜਾ ਡਿਜਿਟ ਆ ਰਿਹਾ 4। ਸੋ ਯਾਨੀ ਕਿ ਕਿੰਨੇ ਪੇਸ਼ੈਂਟਸ ਹੋਏ 4। ਸੋ ਆਨਸਰ ਕੀ ਆਊਗਾ। ਉਹ ਤੋਂ ਬਾਅਦ ਨੈਕਸਟ ਹੈ ਟੋਟਲ ਨੰਬਰ ਆਫ ਪੇਸ਼ੈਂਟ ਆਫ ਏਜ ਮੋਰ ਦੈਨ 55 ਈਅਰ ਹੂ ਗੋਟ ਐਡਮਿਟ ਟੂ ਹਸਪੀਟਲ। 55 ਈਅਰ ਤੋਂ ਜ਼ਿਆਦਾ ਜਿਹੜੇ ਪੇਸ਼ੈਂਟਸ ਹੈ ਕਿੰਨੇ ਐਡਮਿਟ ਹੋਏ। ਸੋ ਸਭ ਤੋਂ ਪਹਿਲਾਂ ਇਹ ਆਪਣੇ ਕੋਲ ਕੀ ਆ ਗਿਆ 4, ਇਹ ਕੀ ਆ ਗਿਆ 3, ਇਹ ਕਿੰਨੇ ਆ ਗਏ 2 ਤੇ ਇੱਥੇ ਕਿੰਨਾ ਆ ਗਿਆ 1। ਯਾਨੀ ਕਿ 55 to 60 ਦੀ ਏਜ 'ਚ 4 ਬੰਦੇ, 60 to 65 'ਚ 3 ਬੰਦੇ, 65 to 70 'ਚ 2, 70 ਤੋਂ 75 'ਚ 1। ਸੋ ਆਪਾਂ ਨੂੰ ਟੋਟਲ ਕਰ ਦਾਂਗੇ ਤਾਂ ਕਿੰਨਾ ਆ 4 + 3 + 2 + 1 ਯਾਨੀ ਕਿ 10 ਆਨਸਰ ਆ ਗਿਆ। ਉਹ ਤੋਂ ਬਾਅਦ ਨੰਬਰ ਆਫ ਪੇਸ਼ੈਂਟ ਆਫ ਏਜ more than 40 years and less than 55 ਈਅਰ। 40 ਈਅਰਸ ਤੋਂ ਜ਼ਿਆਦਾ, ਠੀਕ ਹੈ, ਤੇ 55 ਈਅਰਸ ਤੋਂ ਘੱਟ ਯਾਨੀ ਕਿ ਇਹਦੇ ਵਿੱਚ ਜਿਹੜੇ ਵੀ ਬੰਦੇ ਆਏ ਉਹ ਆਪਾਂ ਨੇ ਦੇਖਣੇ ਨੇ ਜਿਹੜੇ ਐਡਮਿਟ ਹੋਏ। ਸੋ 40 to 45 ਦੇ ਵਿੱਚ ਕਿੰਨੇ ਬੰਦੇ ਹੋਏ 8, 45 ਤੋਂ ਲੈ ਕੇ 50 ਦੇ ਵਿੱਚ ਹੋਏ 7, ਠੀਕ ਹੈ, ਤੇ 50 ਤੋਂ ਲੈ ਕੇ 55 ਦੇ ਵਿੱਚ ਹੋਏ 5। ਸੋ ਇਹਨੂੰ ਐਡ ਕਰ ਦਿਓ, ਨੰਬਰ ਆਫ ਪਰਸਨ ਕਿੰਨੇ ਆਏ 8 + 7 + 5। ਸੋ ਆਨਸਰ ਕਿੰਨਾ ਹੋਊਗਾ 20। ਯਾਨੀ ਕਿ ਅੱਗੇ ਪਰਸੈਂਟੇਜ ਆਫ ਪੇਸ਼ੈਂਟ ਆਫ age less than 45 year who got admit to hospital on that day is approximately equal to percentage of patient ਜਿਹੜੇ ਕਿ 45 years ਤੋਂ ਘੱਟ ਦੇ ਨੇ। ਸੋ ਆਪਾਂ ਨੇ ਇਹ ਤੋਂ ਘੱਟ ਜਾਣਾ। ਸਭ ਤੋਂ ਪਹਿਲਾਂ ਆਪਣੇ ਕੋਲ ਇਹਦੇ ਵਿੱਚ ਕਿਹੜੀ ਕਿਹੜੀ ਏਜ ਗਰੁੱਪ ਆਊਗੀ 30 ਤੋਂ ਲੈ ਕੇ 35, ਠੀਕ ਹੈ, ਦੈਨ 35 ਤੋਂ ਲੈ ਕੇ 40, ਦੈਨ 40 ਤੋਂ ਲੈ ਕੇ 45। ਸੋ 30 to 35 ਦੇ ਵਿੱਚ ਕਿੰਨੇ ਬੰਦੇ ਆ 1, 35 to 40 ਦੇ ਵਿੱਚ ਕਿੰਨੇ ਬੰਦੇ ਆ 4 ਤੇ 40 ਤੋਂ 45 ਦੇ ਵਿੱਚ ਕਿੰਨੇ ਬੰਦੇ ਆ 8। ਸੋ ਟੋਟਲ ਕਿੰਨੇ ਹੋ ਗਏ ਆਪਣੇ ਕੋਲ 13 ਬੰਦੇ, ਠੀਕ ਹੈ। ਸੋ ਹੁਣ ਆਪਾਂ ਨੇ ਕੱਢਣੀ ਹੈ ਪਰਸੈਂਟੇਜ। ਪਰਸੈਂਟੇਜ ਕੱਢਣ ਲਈ ਆਪਣੇ ਕੋਲ ਟੋਟਲ ਪੇਸ਼ੈਂਟਸ ਵੀ ਪਤਾ ਹੋਣੇ ਚਾਹੀਦੇ ਆ। ਸੋ ਟੋਟਲ ਪੇਸ਼ੈਂਟ ਕਿਵੇਂ ਕੱਢਾਂਗੇ ਜਿੰਨੀਆਂ ਵੀ ਆਪਣੇ ਕੋਲ ਦਿੱਤੀ ਹੋਈ ਹੈ ਏਜ ਗਰੁੱਪ ਦੇ ਵਿੱਚ ਪਰਸਨ। ਸਭ ਤੋਂ ਪਹਿਲਾਂ 30 to 35 ਦੇ ਵਿੱਚ 1, 35 to 40 ਦੇ ਵਿੱਚ 4, ਦੈਨ 40 to 45 ਦੇ ਵਿੱਚ 8, ਦੈਨ 45 to 50 ਦੇ ਵਿੱਚ 7, ਦੈਨ 50 to 55 ਦੇ ਵਿੱਚ 5, ਦੈਨ 55 to 60 ਦੇ ਵਿੱਚ 4, ਦੈਨ 60 to 65 ਦੇ ਵਿੱਚ 3, ਦੈਨ 65 to 70 ਦੇ ਵਿੱਚ 2, ਦੈਨ 70 to 75 ਦੇ ਵਿੱਚ 1। ਸੋ ਟੋਟਲ ਕਰ ਦਿਓ 1 + 4 + 8 7 5 4 3 2 + 1। ਸੋ ਜਦੋਂ ਐਡ ਕਰ ਦੋਗੇ ਕਿੰਨਾ ਆ 35। ਸੋ ਪਰਸੈਂਟੇਜ ਕਰਨੀ ਹੈ 13 / 35 × 100, ਠੀਕ ਹੈ। ਸੋ ਜਿਹੜੇ ਆਪਾਂ ਨੇ ਕੱਢੇ ਆ ਡਿਵਾਈਡ ਬਾਈ ਟੋਟਲ × 100। ਸੋ ਪਰਸੈਂਟੇਜ ਕਿੰਨੇ 37%। ਆਨਸਰ ਕੀ ਆਊਗਾ ਸੀ। ਸੋ ਨੈਕਸਟ ਕੁਐਸਚਨ ਦੇਖੋ, ਆਪਣੇ ਕੋਲ ਇੱਥੇ ਟੇਬਲ ਦਿੱਤਾ ਹੋਇਆ ਹੈ ਜਿਹਦੇ ਵਿੱਚ ਪ੍ਰੋਡਕਸ਼ਨ ਦਿਖਾਈ ਹੋਈ ਹੈ ਫੂਡ ਗ੍ਰੇਨ ਦੀ ਮਿਲੀਅਨ ਟਨਸ ਦੇ ਵਿੱਚ ਇੱਕ ਸਟੇਟ ਲਈ ਫॉर ਪੀਰੀਅਡ 1999 ਤੋਂ ਲੈ ਕੇ 2000 ਤੋਂ ਲੈ ਕੇ 2003 ਤੋਂ ਲੈ ਕੇ 2004 ਤੱਕ, ਠੀਕ ਹੈ। ਸੋ 2002 ਤੇ 2003 ਦੇ ਵਿੱਚ ਜਿਹੜੀ ਪਰਸੈਂਟੇਜ ਇਨਕਰੀਜ਼ ਹੈ ਇਨ ਪ੍ਰੋਡਕਸ਼ਨ ਆਫ ਬਾਰਲੇ ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰ ਵਾਜ਼। ਸੋ ਦੇਖੋ 2002 ਤੇ 2003 ਦੇ ਵਿੱਚ ਜਿਹੜੀ ਬਾਰਲੇ ਦੀ ਪ੍ਰੋਡਕਸ਼ਨ ਹੈ, ਠੀਕ ਹੈ, ਉਹਦੇ ਵਿੱਚ ਕਿੰਨਾ ਇਨਕਰੀਜ਼ ਆਇਆ ਪ੍ਰੀਵੀਅਸ ਈਅਰ ਦੇ ਕੰਪੈਰੀਜ਼ਨ ਦੇ ਵਿੱਚ, ਇਹ ਪੁੱਛਿਆ ਹੋਇਆ। ਸੋ ਦੇਖੋ ਅਗਰ ਆਪਾਂ 2002
2 ਤੇ 2003 ਤੋਂ ਪ੍ਰੀਵੀਅਸ ਈਅਰ ਦੇਖੀਏ ਤਾਂ ਕਿਹੜਾ ਹੈ 2001 ਤੋਂ ਲੈ ਕੇ 2002 ਤੱਕ ਉਦੋਂ ਕਿੰਨੀ ਪ੍ਰੋਡਕਸ਼ਨ ਹੋਈ ਬਾਰਲੇ ਦੀ 320 ਤੇ 2002 ਤੋਂ ਲੈ ਕੇ 2003 ਦੇ ਵਿੱਚ ਕਿੰਨੀ ਹੋਈ 380 ਸੋ ਇਨਕਰੀਜ਼ ਕਿੰਨਾ ਹੋਊਗਾ 380 ਚੋਂ ਮਾਈਨਸ ਕਰ ਦਾਂਗੇ 320 that is 60 ਇਹ ਆ ਗਿਆ ਓਵਰਆਲ ਇਨਕਰੀਜ਼ ਹੁਣ ਪਰਸੈਂਟੇਜ ਇਨਕਰੀਜ਼ ਕੱਢਾਂਗੇ ਕਿਵੇਂ ਕੱਢਾਂਗੇ 60 डिवाइड बाय बेस ईयर कितना अपने को 320 इंटू 100 सो इत्थे नूं कट कर दो ठीक है सो जो तुसीं इहनूं सॉल्व करोगे तो तुहाडे कोल इत्थे आंसर कितना होगा 18.75% सो आंसर आया सी सो नैक्सट क्वेश्चन है 2003 ते 4 दे विच इनक्रीज इन प्रोडक्शन वाज मैक्सिमम ओवर द प्रीवियस ईयर फॉर अगर आपां 2003 ते 4 च देखिए तो जिहड़ा इनक्रीज है प्रोडक्शन का वो मैक्सिमम आया है किहदे लई राइस लई वीट लई बारले लई या अदर लई सो इहदे विच आपां राइस का देखते हैं सब तो पहला ठीक है राइस का कितना है 2 इन्ना 560 उस चों माइनस कर दो 400 डिवाइड कर दो 400 दे नाल ठीक है सो इंटू 100 सो इत्थे कितना आ गया अपने कोल 160 डिवाइड बाय 400 इंटू 100 100 नाल 100 कैंसल 40 सो कितना आ गया 40% ये आ गया राइस का ठीक है अगर तुसी बारले का कड्डोगे बारले का कितना होगा 410 चो माइनस कर दो 380 डिवाइड बाय 380 इंटू 100 सो कितना आया 30 डिवाइड बाय 380 इंटू 100 सो इत्थे 0 नाल 0 कैंसल कितना आ गया 300 डिवाइड बाय 38 इत्थे तुसी जो करोगे 7.89 समथिंग आ जाऊगा ठीक है उस तो बाद हुण आपां थर्ड कढ़दे हैं राइस सॉरी राइस का कढ़ लिया वीट का सो वीट का देखिए 820 है माइनस 720 डिवाइड बाय 720 इंटू 100 कितना आ गया 1000 डिवाइड बाय 72 यह आ जाऊगा 13.89% समथिंग ठीक है तो बाद अगर आप अदर सीरियल का देखिए कितना 690 माइनस 500 डिवाइड बाय 500 इंटू 100 तो 0 नाल 0 कैंसल 190 डिवाइड बाय 5 तो इत्थे अपने कोल कितना आ जाऊगा 38% ठीक है सो सब तो ज़्यादा कितना है राइस का सो आंसर क्या होगा ए देन नेक्स्ट क्वेश्चन है डिफरेंस ऑफ एवरेज प्रोडक्शन ऑफ राइस एंड एवरेज प्रोडक्शन ऑफ बारले ओवर द ईयर्स डिफरेंस करना है एवरेज प्रोडक्शन ऑफ राइस का माइनस एवरेज प्रोडक्शन ऑफ बारले का सो देखो राइस का कढ़िए तो कितना होगा अपने को सब तो पहला राइस का करते हैं इतने टोटल कर दो ठीक है इतने लिख लें आप ईजी रहूगा सो इन्हों टोटल कितना 6 + 5 11 11 + 2 13 13 + 7 20 सो 5 + 4 9 9 + 3 12 12 + 4 16 16 + 2 18 + 2 20 सो कितना आ गया राइस का 2000 डिवाइड बाय 1 2 3 4 5 ठीक है तो अपने को बारले का कितना बारले में इतने ऐड कर लेने 0 8 9 + 2 11 + 4 15 + 5 20 4 + 3 7 7 + 3 10 10 + 4 14 + 2 16 + 2 18 तो यह कितना आया 1800 डिवाइड बाय 5 सो इतने एवरेज कितना होगा 2000 डिवाइड बाय 5 माइनस 1800 डिवाइड बाय 5 सो कितना आ गया 200 डिवाइड बाय 5 इज इक्वल टू आंसर कितना आया 40 ठीक है जी सो दैट्स ऑल फॉर टुडे आपां ਇਹਦੇ ਵਿੱਚ ਕਾਫੀ ਸਾਰੇ ਕੁਐਸਚਨਸ ਦੇਖੇ ਡਾਟਾ ਇੰਟਰਪ੍ਰੀਟੇਸ਼ਨ ਨਾਲ ਰਿਲੇਟਡ ਅਲੱਗ-ਅਲੱਗ ਟਾਈਪ ਦੇ ਸੋ ਅੱਜ ਲਈ ਇੰਨਾ ਹੀ ਮਿਲਦਾ ਨੈਕਸਟ ਲੈਕਚਰ ਦੇ ਵਿੱਚ ਥੈਂਕ ਯੂ ਸੋ ਮਚ